ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ। ਅੱਜ ਮੈਂ ਪ੍ਰਿੰਸੀਪਲ ਹਰੀਦਤ ਸ਼ਰਮਾ ਉਡੀਕਾਂ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਹਾਂ ਤੇ ਅੱਜ ਅਸੀਂ ਇੱਕ ਵਿਲੱਖਣ ਸ਼ਖਸੀਅਤ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਕੇਰ ਸਿੰਘ। ਇਹ ਦਸਾਂਝ ਕਲਾਂ ਤੋਂ ਆਏ ਨੇ। ਸਤਿ ਸ੍ਰੀ ਅਕਾਲ ਕੇਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰ ਜੀ। ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਇੱਕ ਨਿਮਾਣੇ ਜਿਹੇ ਇੱਕ ਮਾੜੇ ਜਿਹੇ ਲਿਖਾਰੀ ਨੂੰ ਤੁਸੀਂ ਆਪਣੀ ਸਟੇਜ ਤੇ ਲਿਆ ਕੇ ਮੈਨੂੰ ਬੁਲਾਇਆ, ਬਹੁਤ ਧੰਨਵਾਦੀ ਹਾਂ। ਹਾਂਜੀ, ਤੇ ਆਪਣੇ ਪਰਿਵਾਰ ਦੇ ਬਾਰੇ ਸੰਖੇਪ ਜਾਣਕਾਰੀ ਦਿਓ। ਪਰਿਵਾਰ ਬਾਰੇ ਸਰ ਜੀ, ਮੈਂ ਪ੍ਰਜਾਪਤ ਫੈਮਿਲੀ ਨੂੰ ਬਿਲੋਂਗ ਕਰਦਾ ਜੀ। ਤੇ ਮੇਰੇ ਫਾਦਰ ਸਾਹਿਬ ਇੱਕ ਵਪਾਰੀ ਸੀਗੇ। ਹਾਂਜੀ, ਤੇ ਭਾਂਡੇ ਵੀ ਬਣਾਉਂਦੇ ਸੀਗੇ ਤੇ ਉਹਨਾਂ ਨੇ ਵੀ ਕਾਫੀ ਜ਼ਿੰਦਗੀ ਵਿੱਚ ਸਟਰਗਲ ਕੀਤੀ ਹੈ ਤੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ। ਬਹੁਤ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਿਆ ਹੈ। ਤੋ ਦੇਸ਼ਾਂ ਵਿਦੇਸ਼ਾਂ ਦੀ ਗੱਲ ਕੀਤੀ ਤੇ ਕਿਹੜੇ ਕਿਹੜੇ ਦੇਸ਼ ਵਿੱਚ ਤੁਸੀਂ ਗਏ? ਸਭ ਤੋਂ ਪਹਿਲਾਂ ਸਰ ਮੈਂ ਮਾਸਕਟ ਗਿਆ ਜੀ। ਹਾਂਜੀ, ਉਹ ਤੋਂ ਬਾਅਦ ਫਿਰ ਮੈਂ ਸਰ ਦੁਬਈ ਗਿਆ। ਉਹ ਤੋਂ ਬਾਅਦ ਫਿਲੀਪਾਈਨ ਤੇ ਹੁਣ ਮਨ ਦੀ ਹਲੇ ਵੀ ਤਸੱਲੀ ਨਹੀਂ ਹੋਈ। ਹੁਣ ਮੈਂ ਕੈਨੇਡਾ ਤੋਂ ਵਾਪਸ ਆਇਆ। ਉਹਦੇ ਬਾਰੇ ਮੈਂ ਇੱਕ ਤੁਹਾਨੂੰ ਗੀਤ ਲਿਖਿਆ ਸੁਣਾਉਣਾ। ਉਹ ਜਰੂਰ ਸਾਡੇ ਸਰੋਤਿਆਂ ਦੇ ਰੂਬਰੂ ਹੋ। ਲਿਖਿਆ ਜੀ, ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪਲ ਕੇ। ਬਹੁਤ ਵਧੀਆ। ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪਲ ਕੇ ਹੁਣ ਰਹੇ ਆ ਵਿਦੇਸ਼ੀ ਧੱਕੇ ਖਾ। ਦੁੱਖ ਸੁੱਖ ਜ਼ਿੰਦਗੀ ਦੇ ਸਾਰੇ ਅਸੀਂ ਦੇਖ ਲੈ ਪਰ ਲੱਥਾ ਨਹੀਂ ਉਹ ਜ਼ਿੰਦਗੀ ਦਾ ਚਾਅ। ਤੇ ਲੱਥਾ ਨਹੀਂ ਉਹ ਜ਼ਿੰਦਗੀ ਦਾ ਚਾਅ। ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪੜ ਕੇ ਰਹੇ ਆ ਵਿਦੇਸ਼ੀ ਧੱਕੇ ਖਾ। ਮਾਂ ਬਾਪ ਤਾਂ ਹੀ ਬਿਨਾ ਮਿਲ ਸਕੇ ਤੁਰ ਗਏ ਸਾਨੂੰ ਉਹ ਉਡੀਕਦੇ। ਮਾਂ ਬਾਪ ਤਾਂ ਹੀ ਬਿਨਾ ਮਿਲ ਸਕੇ ਕਿਉਂਕਿ ਕੱਚੇ ਆ। ਮਾਂ ਬਾਪ ਤਾਂ ਹੀ ਬਿਨਾ ਮਿਲ ਸਕੇ ਤੁਰ ਗਏ ਸਾਨੂੰ ਉਹ ਉਡੀਕਦੇ। ਵਤਨਾਂ ਨੂੰ ਜਾਣਦੀਆਂ ਲਾਉਂਦੇ ਰਹੇ ਸਕੀਮਾਂ ਵੀ ਮਨ ਵਿੱਚ ਸੁਪਨੇ ਉਡੀਕਦੇ। ਮਜਬੂਰੀ ਸੋਚਿਆ ਨਹੀਂ ਬੈਠ ਕੇ ਧਿਆਨ ਨਾਲ ਕਦੇ ਵੀ ਉਹਨੇ ਜ਼ਿੰਦਗੀ ਦਾ ਕੋਈ ਵੀ ਵਸਾ। ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪਲ ਕੇ ਰਹੇ ਆ ਵਿਦੇਸ਼ੀ ਧੱਕੇ ਖਾ। ਸਾਰੇ ਪਰਿਵਾਰ ਦੀਆਂ ਯਾਦਾਂ ਵੱਢ ਖਾਂਦੀਆਂ। ਸਾਰੇ ਪਰਿਵਾਰ ਦੀਆਂ ਯਾਦਾਂ ਵੱਢ ਖਾਂਦੀਆਂ। ਮਿੱਤਰ ਤੇ ਹਾਣੀ ਯਾਦ ਆਉਂਦੇ ਨੇ। ਖੁਸ਼ੀ ਵਾਲੇ ਦਿਨ ਵੀ ਚੁੱਪ ਹੋਊ ਸਾਡੇ ਵਿਹੜੇ। ਲੋਕ ਸਾਰੇ ਖੁਸ਼ੀਆਂ ਮਨਾਉਂਦੇ ਨੇ। ਘਰ ਦੇ ਸਨੇਹ ਬਲ ਬੱਚੇ ਇੱਕ ਵਾਰੀ ਵਤਨਾਂ ਨੂੰ ਆ। ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪਲ ਕੇ ਰਹੇ ਆ ਵਿਦੇਸ਼ੀ ਧੱਕੇ ਖਾ। ਪਿੱਪਲਾਂ ਤੇ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਪਿੱਪਲਾਂ ਤੇ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਬੰਦ ਬੈਠਦੇ ਸੀ ਟੋਲੀਆਂ। ਖੇਡਦੇ ਸੀ ਤਾਸ਼ ਕਦੀ ਉੱਚੀ ਉੱਚੀ ਪਾਉਣ ਲੱਗ ਪੈਂਦੇ ਸੀ ਬੋਲੀਆਂ। ਕੱਢ ਕੇ ਕਮਾਦ ਵਿੱਚੋਂ ਪਹਿਲੇ ਤੋੜਦੀ ਲੈਂਦੇ ਸੀ ਗਲਾਸੀ ਸਾਰੇ ਲਾ। ਕੱਚੀਆਂ ਹਵੇਲੀਆਂ ਤੋਂ ਟਾਰਿਆਂ ਚ ਪੜ ਕੇ ਰਹੇ ਵਿਦੇਸ਼ੀ ਚੂਪਦੇ ਸੀ ਗੰਨੇ ਚੱਬਦੇ ਸੀ ਦਾਣੇ। ਉਹ ਸਵਰਗ ਨਜ਼ਾਰੇ ਨਹੀਂ ਭੁੱਲਦੇ। ਕਰ ਪਿਛਲੀਆਂ ਗੱਲਾਂ ਚੇਤੇ ਅੱਖਾਂ ਵਿੱਚੋਂ ਹੰਝੂ ਪੈਣੇ ਡੁੱਲਦੇ। ਪਾਉਂਦੇ ਸੀ ਪਿਆਰ ਨਾਲ ਘੁੱਟ ਜੱਫੀਆਂ। ਉਹ ਚੜ੍ਹਦਾ ਹੁੰਦਾ ਸੀ ਬੜਾ ਚਾਅ। ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪੜ ਕੇ ਰਹੇ ਆ ਵਿਦੇਸ਼ੀ ਧੱਕੇ ਖਾ। ਆ ਜੀ, ਕੇਰ ਨਿਮਾਣਾ ਸੋਚਦਾ ਹੈ ਕਈ ਵਾਰੀ ਉਹ ਤੇਰਾ ਇੱਥੇ ਰੱਖਿਆ ਹੈ ਕੀ। ਕੇਰ ਨਿਮਾਣਾ ਸੋਚਦਾ ਹੈ ਕਈ ਵਾਰੀ ਤੇਰਾ ਇੱਥੇ ਰੱਖਿਆ ਹੈ ਕੀ। ਬਾਲ ਬੱਚੇ ਭੈਣ ਭਾਈ ਛੱਡ ਕੇ ਤੂੰ ਚੱਲਿਆ ਕਿਉਂ ਬੈਠਾ ਲਾਈ ਇੱਥੇ ਜੀ। ਤੁਰ ਚੱਲ ਵਤਨਾਂ ਨੂੰ ਇਹੀ ਗੱਲ ਚੰਗੀ ਜਾ ਕੇ ਰੁਕੀ ਸੁੱਕੀ ਲੈਣੀ ਅਸੀਂ ਖਾ। ਕੱਚੀਆਂ ਹਵੇਲੀਆਂ ਤੇ ਟਾਰਿਆਂ ਚ ਪਲ ਕੇ ਰਹੇ ਵਿਦੇਸ਼ੀ ਧੱਕੇ ਖਾ। ਦੁੱਖ ਸੁੱਖ ਜ਼ਿੰਦਗੀ ਦੇ ਸਾਰੇ ਅਸੀਂ ਦੇਖ ਲੈ ਪਰ ਲੱਥਾ ਨਹੀਂ ਉਹ ਜ਼ਿੰਦਗੀ ਦਾ ਚਾਅ। ਇਹ ਸਾਡੀ ਵਿਦੇਸ਼ ਯਾਤਰਾ ਹੈ ਸਾਡੀ। ਬਹੁਤ ਹੀ ਵਧੀਆ ਕਲਾਮ ਹੈ ਜੀ ਤੇ ਬਹੁਤ ਹੀ ਵਧੀਆ। ਸਾਨੂੰ ਮਜ਼ਾ ਆਇਆ ਸੁਣ ਕੇ, ਹੈ ਨਾ। ਤੇ ਇੱਕ ਗੱਲ ਹੋਰ ਦੱਸੋ
ਵੀ ਤੁਸੀਂ ਜਿੱਦਾਂ ਇੰਗਲੈਂਡ ਵੀ ਗਏ, ਇੱਥੇ ਕੈਨੇਡਾ ਚਲੇ ਗਏ, ਫਿਰ ਫਿਲਪਾਈਨ ਚਲੇ ਗਏ, ਮਸਕਟ ਚਲੇ ਗਏ, ਹਾਂਜੀ। ਇਹ ਦੇਸ਼ ਤੁਹਾਨੂੰ ਕਿੱਦਾਂ ਦੇ ਲੱਗੇ? ਚੰਗੇ ਲੱਗੇ ਕਿ ਤੁਹਾਨੂੰ ਆਪਣਾ ਹੀ ਵਤਨ ਯਾਦ ਆਉਂਦਾ ਰਿਹਾ? ਦੇਖੋ ਜੀ, ਵਤਨ ਤਾਂ ਵਤਨ ਹੀ ਹੈ ਨਾ। ਹਾਂ। ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬਖਾਰੇ। ਕੀ ਬਾਤ ਹੈ, ਕੀ ਬਾਤ ਹੈ ਜੀ। ਹਾਂਜੀ। ਤੁਸੀਂ ਤਾਂ ਪੰਜਾਬ ਦਾ ਕਲਚਰ ਸਾਰਾ ਹੀ ਆਪਣੀ ਕਵਿਤਾ ਦੇ ਵਿੱਚ ਬੰਨ੍ਹ ਕੇ ਰੱਖ ਦਿੱਤਾ। ਮੈਨੂੰ ਪਤਾ ਲੱਗਾ ਵੀ ਇੱਕ ਪੱਗ ਦੇ ਉੱਤੇ ਵੀ ਤੁਸੀਂ ਕਵਿਤਾ ਲਿਖੀ ਆ। ਹਾਂਜੀ, ਸਾਡੀ ਤੇ ਜਿਹੜਾ ਸਿੱਖਾਂ ਦੀ ਸ਼੍ਰੋਮਣੀ ਜਿਹੜੀ ਆ, ਹਾਂਜੀ, ਵਸਤਰ ਵਾ, ਹਾਂਜੀ ਹਾਂਜੀ, ਉਹ ਇੱਕ ਪੱਗ ਵਾ। ਠੀਕ ਹੈ ਸਰ। ਜਿਹੜਾ ਪਰਨਾ ਗਲ 'ਚ ਪਾਉਂਦੇ ਆ ਲੋਕ, ਹਾਂਜੀ, ਉਦੋਂ ਉਹ ਪਰਨਾ ਹੁੰਦਾ। ਠੀਕ ਹੈ ਸਰ ਜੀ। ਜਦੋਂ ਉਹ ਪਰਨਾ ਸਿਰ ਦੇ ਉੱਤੇ ਸੱਜ ਜਾਂਦਾ, ਹਾਂਜੀ, ਤਾਂ ਉਹ ਪੱਗ ਦਾ ਹੀ ਰੂਪ ਬਣ ਜਾਂਦਾ। ਠੀਕ ਹੈ ਸਰ ਜੀ। ਤੇ ਉਦਾਂ ਵੀ ਜਿਹੜੀ ਆ ਪੱਗ ਜਿਹੜੀ ਆ, ਹਾਂਜੀ, ਉਹ ਸਰਦਾਰਾਂ ਦੀ ਨਿਸ਼ਾਨੀ ਆ, ਨਿਸ਼ਾਨੀ ਹੈ, ਤੇ ਗੁਰੂਆਂ ਦੀ ਨਿਸ਼ਾਨੀ ਆ, ਹਾਂਜੀ, ਹਾਂਜੀ, ਸਿੱਖੀ ਦੀ ਨਿਸ਼ਾਨੀ ਆ। ਹੈ ਉਹਦੇ ਤੇ ਜਿਹੜੀ ਕਵਿਤਾ ਲਿਖੀ ਆ, ਉਹ ਸਾਨੂੰ ਸਰ ਲਿਖਿਆ ਜੀ, ਰੂਬਰੂ ਕਰੋ। ਪੱਗ 4-5 ਗਜ ਦਾ ਕੱਪੜਾ ਨਹੀਂ, ਨਹੀਂ, ਕੋਈ ਇਹਦੀ ਕੀਮਤ ਨਹੀਂ ਪਾ ਸਕਦਾ। ਵਾਹ। ਅਣਖੀ ਬੰਦਾ ਪੱਗ ਦੇ ਬਦਲੇ ਸਿਰ ਵੀ ਆਪਣਾ ਕਟਵਾ ਸਕਦਾ। ਆਹ ਵਾਹ ਬਈ ਵਾਹ, ਆਹ ਤਾਂ ਸਵਾਲ ਕਰਤਾ ਬਈ। ਅਣਖੀ ਬੰਦਾ ਪੱਗ ਦੇ ਬਦਲੇ ਹਾਂ, ਸਿਰ ਵੀ ਆਪਣਾ ਕਟਵਾ ਸਕਦਾ। ਹਾਂਜੀ। ਇਹ ਰਹਿਮਤ ਗੁਰੂਆਂ ਪੀਰਾਂ ਦੀ, ਇਹਦੀ ਕੀਮਤ ਅਸੀਂ ਭੁਲਾ ਦਿੱਤੀ। ਇਹ ਰਹਿਮਤ ਗੁਰੂਆਂ ਪੀਰਾਂ ਦੀ, ਇਹਦੀ ਕੀਮਤ ਅਸਾਂ ਭੁਲਾ ਦਿੱਤੀ। ਇਹਦੀ ਕੀਮਤ ਬਹੁਤ ਅਮੁੱਲੀ ਸੀ, ਮੁੰਦੀਆਂ ਕਮਲਾਂ ਦੇ ਨਾਲ ਮਿਲਾ ਦਿੱਤੀ। ਮੁੰਦੀਆਂ ਕਮਲਾਂ ਦੇ ਨਾਲ ਮਿਲਾ ਦਿੱਤੀ। ਜੋ ਸਮਝੇ ਇਸ ਦੀ ਕੀਮਤ ਨੂੰ, ਉਹ ਗੁਰੂਆਂ ਦੀ ਰਹਿਮਤ ਪਾ ਸਕਦਾ। ਅਣਖੀ ਬੰਦਾ ਪੱਗ ਦੇ ਬਦਲੇ ਸਿਰ ਵੀ ਆਪਣਾ ਕਟਵਾ ਸਕਦਾ। ਬਹੁਤ ਵਧੀਆ, ਬਹੁਤ ਵਧੀਆ। ਕੰਬਲ ਝੁੱਲ ਬਣਾਉਣ ਨੂੰ ਲੱਗਦੇ ਨੇ। ਕੰਬਲ ਝੁੱਲ ਬਣਾਉਣ ਨੂੰ ਲੱਗਦੇ ਨੇ। ਪੱਗ ਕਦੇ ਲਗਾਈ ਜਾਂਦੀ ਨਹੀਂ। ਵਾਹ ਵਾਹ ਵਾਹ। ਝੁੱਲਾਂ ਨੂੰ ਪੱਗ ਨਹੀਂ ਲਗਾਉਂਦੇ। ਬਿਲਕੁਲ। ਕੰਬਲ ਝੁੱਲ ਲਗਾਉਣ ਨੂੰ ਲੱਗਦੇ ਨੇ। ਪੱਗ ਕਦੇ ਲਗਾਈ ਜਾਂਦੀ ਨਹੀਂ। ਕੰਬਲ ਆਮ ਵਿਛਾਉਣ ਦੇ ਕੰਮ ਆਉਂਦੇ। ਪੱਗ ਕਦੇ ਵਿਛਾਈ ਜਾਂਦੀ ਨਹੀਂ। ਪੱਗ ਕਦੇ ਵਿਛਾਈ ਜਾਂਦੀ ਨਹੀਂ। ਪੱਗ ਇੱਜ਼ਤ ਈਮਾਨ ਦਾ ਗਹਿਣਾ ਹੈ। ਪੱਗ ਇੱਜ਼ਤ ਈਮਾਨ ਦਾ ਗਹਿਣਾ ਹੈ। ਇਹਨੂੰ ਹਰ ਇੱਕ ਬੰਦਾ ਨਹੀਂ ਅਪਣਾ ਸਕਦਾ। ਪੱਗ ਦੇ ਬਦਲੇ ਅਣਖੀ ਬੰਦਾ ਸਿਰ ਵੀ ਆਪਣਾ ਕਟਵਾ ਸਕਦਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਇਹ ਖੁਸ਼ੀ ਵੀ ਹੈ ਤੇ ਗਮੀ ਵੀ। ਖੁਸ਼ੀ ਵੀ ਹੈ, ਇਹ ਖੁਸ਼ੀ ਵੀ ਹੈ ਤੇ ਗਮੀ ਵੀ। ਪੱਗ ਗਮੀ ਖੁਸ਼ੀ ਦਰਸਾਉਂਦੀ ਹੈ। ਪੱਗ ਖੁਸ਼ੀ ਵੀ ਹੈ, ਪੱਗ ਗਮੀ ਵੀ ਹੈ। ਪੱਗ ਗਮੀ ਖੁਸ਼ੀ ਦਰਸਾਉਂਦੀ ਹੈ। ਜਦ ਇਸ਼ਕ ਹਕੀਕੀ ਪੱਗ ਬਣ ਜਾਂਦੀ, ਰੂਹ ਮੁਰਦਿਆਂ ਵਿੱਚ ਵੀ ਪਾਉਂਦੀ ਹੈ। ਰੂਹ ਮੁਰਦਿਆਂ ਵਿੱਚ ਵੀ ਪਾਉਂਦੀ ਹੈ। ਇਹਦਾ ਰੁਤਬਾ ਬਹੁਤ ਹੀ ਉੱਚਾ ਹੈ। ਹਰ ਬੰਦਾ ਨਹੀਂ ਪਾ ਸਕਦਾ। ਹਰ ਬੰਦਾ ਇਹਨੂੰ ਨਹੀਂ ਕੋਈ ਪਾ ਸਕਦਾ। ਪੱਗ 4-5 ਗਜ ਦਾ ਕੱਪੜਾ ਨਹੀਂ, ਇਹਦੀ ਕੀਮਤ ਨਹੀਂ ਕੋਈ ਪਾ ਸਕਦਾ। ਸੱਚੀ ਗੱਲ ਹੈ ਬਈ, ਸੱਚੀ ਗੱਲ ਹੈ। ਅੱਗੇ ਜੀ। ਹਾਂ। ਇਹ ਮਿਲੀ ਸਾਨੂੰ ਕੁਰਬਾਨੀਆਂ ਤੋਂ। ਸਭ ਕੁਛ ਹੀ ਗੁਰਾਂ ਨੇ ਗੁਵਾ ਦਿੱਤਾ। ਦਸ਼ਮੇਸ਼ ਪਿਤਾ ਨੇ ਪੱਗ ਦੇ ਬਦਲੇ ਸਰਬੰਸ ਵੀ ਲਿਖੇ ਲਾ ਦਿੱਤਾ। ਬਹੁਤ ਵਧੀਆ ਲੈਣਾ। ਸਰਬੰਸ ਵੀ ਲਿਖੇ ਲਾ ਦਿੱਤਾ। ਜੋ ਕੀਤੇ ਕੰਮ ਪੰਥ ਬਦਲੇ ਕੋਈ ਕਰਕੇ ਨਹੀਂ ਦਿਖਾ ਸਕਦਾ। ਪੱਗ 4-5 ਗਜ ਦਾ ਕੱਪੜਾ ਨਹੀਂ, ਇਹਦੀ ਕੀਮਤ ਨਹੀਂ ਕੋਈ ਪਾ ਸਕਦਾ। ਬਿਲਕੁਲ ਸਹੀ ਗੱਲ ਹੈ। ਸਿਰ ਜਾਵੇ ਪਰ ਪੱਗ ਨਾ ਜਾਵੇ, ਸਭ ਗੁਰੂਆਂ ਨੇ ਫਰਮਾਇਆ ਸੀ। ਸਿਰ ਜਾਵੇ ਪਰ ਪੱਗ ਨਾ ਜਾਵੇ, ਸਭ ਗੁਰੂਆਂ ਨੇ ਫਰਮਾਇਆ ਸੀ। ਪੱਗ ਦੇ ਬਦਲੇ ਮਤੀ ਦਾਸ ਨੇ ਸਿਰ ਆਰੇ ਨਾਲ ਚੜਵਾਇਆ ਸੀ। ਏਦਾਂ ਦਸੀਏ ਸਹਿ ਕੇ ਵੀ ਦੱਸੋ ਕਿਹੜਾ ਸ਼ੁਕਰ ਮਨਾ ਸਕਦਾ। ਏਦਾਂ ਦਸੀਏ ਸਹਿ ਕੇ ਵੀ ਦੱਸੋ ਕਿਹੜਾ ਸ਼ੁਕਰ ਮਨਾ ਸਕਦਾ। ਪੱਗ 4-5 ਗਜ ਦਾ ਕੱਪੜਾ ਨਹੀਂ, ਇਹਦੀ ਕੋਈ ਨਹੀਂ ਪਾ ਸਕਦਾ। ਬਹੁਤ ਵਧੀਆ ਲੈਣਾ ਜੀ, ਬਹੁਤ ਵਧੀਆ ਕਵਿਤਾ ਸੀ ਇਹ ਪੱਗ ਦੇ ਉੱਤੇ। ਪੱਗ ਤੋਂ ਮੈਨੂੰ ਇੱਕ ਗੱਲ ਕੇਰ ਸਿੰਘ ਜੀ ਚੇਤੇ ਆ ਗਈ। ਜੀ ਸਰ। ਇੱਕ ਵਾਰੀ ਹਜੂਰ ਸਾਹਿਬ ਤੋਂ ਆ ਰਹੇ ਸੀ ਤੇ ਇੱਕ ਸਰਦਾਰ ਜੀ ਬੰਗਿਆਂ ਦੇ ਨਾਲ ਮੇਰੇ ਬੈਠੇ ਸੀ। ਉਹ ਗਾਰਡ ਸੀਗੇ ਆਪਣੇ ਰੇਲਵੇ 'ਚ। ਠੀਕ ਹੈ ਜੀ। ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਵੀ ਪੱਗ ਜਿਹੜੀ ਹੈ ਨਾ, ਇਹਦੀ ਕਿੰਨੀ ਕਦਰ ਹੈਗੀ
ਉਹਨਾਂ ਨੇ ਮੈਨੂੰ ਕਹਿੰਦਾ ਮੇਰੀ 40 ਸਾਲ ਦੀ ਰੇਲਵੇ 'ਚ ਸਰਵਿਸ ਹੋ ਗਈ ਆ ਤੇ ਉਹਦੇ ਵਿੱਚ ਇਹ ਕਾਨੂੰਨ ਹੈ ਜਿਹੜਾ ਆਮ ਲੋਕਾਂ ਨੂੰ ਪਤਾ ਨਹੀਂ। ਉਹ ਕਾਨੂੰਨ ਕੀ ਹੈ ਵੀ ਜੇ ਰੇਲਵੇ 'ਚ ਡੱਬੇ 'ਚ ਚੜ੍ਹਦੇ ਹੋਏ ਕਿਸੇ ਸਰਦਾਰ ਦੀ ਪੱਗ ਥੱਲੇ ਡਿੱਪ ਪਵੇ ਕਿਸੇ ਕਾਰਨ, ਕਿਸੇ ਦੀ ਕੂਹਣੀ ਲੱਗ ਜਾਵੇ ਜਾਂ ਦੌੜ ਭੱਜ ਦੇ ਵਿੱਚ ਉਹ ਪੱਗ ਥੱਲੇ ਡਿੱਪ ਪਵੇ ਤਾਂ ਉਹ ਜੰਜੀਰ ਖਿੱਚ ਸਕਦਾ ਤੇ ਉਹਨੂੰ ਕੋਈ ਵੀ ਫਰਜ਼ ਜੁਰਮਾਨਾ ਨਹੀਂ ਹੋ ਸਕਦਾ। ਤੇ ਉਹ ਪਹਿਲਾਂ ਰੋਕ ਕੇ ਗੱਡੀ ਆਪਣਾ ਪੱਗ ਚੱਕੂਗਾ, ਦਸਤਾਰ ਸਜਾਊਗਾ, ਫਿਰ ਉਹ ਆਪਣੀ ਗੱਡੀ ਦੇ ਵਿੱਚ ਤੋਰਨਗੇ ਉਹ ਗੱਡੀ ਨੂੰ, ਤਾਂ ਕੋਈ ਵੀ ਜੁਰਮਾਨਾ ਨਹੀਂ। ਇਹ ਕਿਸ ਤਰ੍ਹਾਂ ਕਾਨੂੰਨ ਬਣਿਆ ਹੋਇਆ, ਗੋਰਿਆਂ ਨੇ ਕਾਨੂੰਨ ਬਣਾਇਆ ਸੀ। ਅੱਜ ਵੀ ਭਾਰਤੀ ਰੇਲਵੇ ਦੇ ਵਿੱਚ ਇਹ ਕਾਨੂੰਨ ਚੱਲਦਾ ਆ, ਇਸ ਕਰਕੇ ਪੱਗ ਦੀ ਬਹੁਤ ਜ਼ਿਆਦਾ ਮਹੱਤਵ ਹੈ। ਸਾਨੂੰ ਦੇਖਣਾ ਚਾਹੀਦਾ ਅਸੀਂ ਕਿੱਥੇ ਖੜੇ ਆ। ਬਿਲਕੁਲ ਬਿਲਕੁਲ ਹਾਂ ਬਿਲਕੁਲ। ਅਸੀਂ ਸਾਰੀਆਂ ਪੁਰਾਣੇ ਬਜ਼ੁਰਗਾਂ ਦੀਆਂ ਰੈਤਾਂ ਨੂੰ ਸਭ ਇਗਨੋਰ ਕਰੀ ਜਾਂਦੇ ਆ, ਇਗਨੋਰ ਕਰਦੇ ਆ। ਅੱਛਾ, ਹੋਰ ਕੋਈ ਕਵਿਤਾ ਮੈਨੂੰ ਇੱਕ ਸੁਣਾਓ ਜਰਾ, ਆਪਣੇ ਦਰਸ਼ਕਾਂ ਦੇ ਰੂਬਰੂ ਕਰੋ ਇੱਕ ਹੋਰ ਕਵਿਤਾ। ਹਾਂ। ਤਾਹਾ ਪਿੰਜਰ ਹਰ ਪਾਸੇ ਮਚਿਆ, ਤਾਹਾ ਪਿੰਜਰ ਹਰ ਪਾਸੇ ਮਚਿਆ, ਏਕੀ ਭਾਵੀ ਵਰਤੀ, ਉਡੀਕ ਲਬੋ ਮੇਰੇ ਮਹਿਰ ਮਤਾਈ, ਅਜ ਚੱਕਿਓ ਨਾ ਮੇਰੀ ਆਰਤੀ, ਚੱਕਿਓ ਨਾ ਮੇਰੀ ਆਰਤੀ, ਉਡੀਕ ਲਬੋ ਮੇਰੇ ਮਹਿਰ ਮਤਾਈ, ਅਜ ਚੱਕਿਓ ਨਾ ਮੇਰੀ ਆਰਤੀ। ਫਿਰ ਮੈਂ ਮਰਿਆ ਕਹਿਣਾ ਨਹੀਂ ਆ ਕੇ ਮੇਰੀ ਆਰਤੀ ਤੇ ਹੰਝੂ ਕਿਤੇ ਬਹਾਮੀ ਨਾ, ਮੈਂ ਪਹਿਲਾਂ ਹੀ ਦੁਖਿਆਰਾ ਮੈਨੂੰ ਰੋ ਕੇ ਹੋਰ ਸਤਾਵੀ ਨਾ, ਮੈਂ ਪਹਿਲਾਂ ਹੀ ਦੁਖਿਆਰਾ ਹਾਂ ਮੈਨੂੰ ਰੋ ਕੇ ਹੋਰ ਸਤਾਵੀ ਨਾ, ਦੇਖ ਕੇ ਮੇਰੀ ਆਰਥੀ ਨੂੰ ਨਹੀਂ ਤੇ ਕੁੱਟ ਸਬਰ ਦਾ ਭਰ ਲੈਣਾ, ਹੁਣ ਸੁੱਚੇ ਮੋਤੀ ਨਹੀਂ ਲੱਭਣੇ ਗੁਜ਼ਾਰਾ ਹੰਝੂਆਂ ਦੇ ਨਾਲ ਕਰ ਲੈਣਾ, ਹੰਝੂ ਵੀ ਮਿਲਣੇ ਬਹੁਤ ਔਖੇ, ਕਿਤੇ ਮਿੱਟੀ ਵਿੱਚ ਮਲਾਮੀ ਨਾ, ਮੈਂ ਪਹਿਲਾਂ ਹੀ ਦੁਖਿਆਰਾ ਹਾਂ ਮੈਨੂੰ ਰੋ ਕੇ ਹੋਰ ਸਤਾਵੀ ਨਾ। ਦੂਸਰਾ ਬੰਦਿਆ ਜੀ, ਜੋ ਸਦਰਾਂ ਤੇਰੀਆਂ ਬਾਕੀ ਸੀ, ਜੋ ਸਦਰਾਂ ਤੇਰੀਆਂ ਬਾਕੀ ਸੀ, ਉਹ ਅੱਜ ਤੋਂ ਸਾਰੀਆਂ ਮੁੱਕ ਗਈਆਂ, ਅੱਜ ਸੋਹਣੀਆਂ ਨਰਮ ਕਲਾਈਆਂ ਵੀ ਪੱਤ ਚੜਦੇ ਬਾਗੂ ਸੁੱਕ ਗਈਆਂ, ਨੀ ਮੈਂ ਰੋਕਾਂ ਤੈਨੂੰ ਪਾਤਰ ਲੈ ਕਿਤੇ ਰੋਗ ਬੱਲਾ ਲਾਵੀ ਨਾ, ਮੈਂ ਪਹਿਲਾਂ ਹੀ ਦੁਖਿਆਰਾ ਮੈਨੂੰ ਰੋ ਕੇ ਹੋਰ ਸੁਣਾਵਣਾ ਜੀ। ਮੇਰਾ ਮੂੰਹ ਦੇਖਣ ਨੂੰ ਚਲੀਏ ਨੀ, ਮੇਰਾ ਮੂੰਹ ਦੇਖਣ ਨੂੰ ਚਲੀਏ ਨੀ, ਨਾਲ ਚਾਵਾਂ ਦੇ ਹੁਣ ਆਵੀਂ ਤੂੰ, ਮੈਨੂੰ ਰੁਖਸਤ ਕਰਨੇ ਦੇ ਲਈ ਗੁੰਦ ਸੋਹਣੇ ਹਾਲੇ ਐਵੀਂ ਤੂੰ, ਮੇਰੀ ਝਲਕ ਦੇਖ ਕੇ ਹੁਸਨ ਵਾਲੀ, ਕਿਉਂਕਿ ਮੇਰਾ ਰੰਗ ਉਦੋਂ ਪੀਲਾ ਪੈ ਚੁੱਕਾ ਹੋਣਾ, ਮੇਰੀ ਝਲਕ ਦੇਖ ਕੇ ਹੁਸਨ ਵਾਲੀ, ਨੀ ਤੂੰ ਰਤਾ ਜਿੰਨਾ ਘਬਰਾਵੀਂ ਨਾ, ਮੈਂ ਪਹਿਲਾਂ ਹੀ ਦੁਖਿਆਰਾ ਮੈਨੂੰ ਰੋ ਕੇ ਹੋਰ ਸੁਣਾਵਣਾ। ਆਖਰੀ ਆ ਜੀ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ, ਕੇਰ ਸੁਤੀਆਂ ਕਲਾ ਜਗਾਵੀਂ ਨਾ, ਤੂੰ ਬੀਤੇ ਦਿਨਾਂ ਨੂੰ ਭੁੱਲ ਜਾਵੀਂ, ਕੇਰ ਸੁਤੀਆਂ ਕਲਾ ਜਗਾਵੀਂ ਨਾ, ਮੇਰੇ ਜਾਨ ਚ ਅੜਚਣ ਪੈ ਜਾਣੀ, ਮੇਰਾ ਰੋ ਕੇ ਸੋਗ ਮਨਾਵੀਂ ਨਾ, ਉਹ ਦਿਲ ਥਮਿਆ ਜਾਣਾ ਨਹੀਂ ਮੇਰਾ, ਕਾਤੇ ਦਿਲ ਥਮਿਆ ਜਾਣਾ ਨਹੀਂ ਮੇਰਾ, ਕਿਤੇ ਮੇਰੇ ਮੂੰਹ ਤੋਂ ਕਫਨ ਲਾਵੀਂ ਨਾ, ਮੈਂ ਪਹਿਲਾਂ ਹੀ ਦੁਖਿਆਰਾ ਮੈਨੂੰ ਰੋ ਕੇ ਹੋਰ ਸਤਾਵੀਂ ਨਾ, ਮੈਨੂੰ ਰੋ ਕੇ ਹੋਰ ਸਤਾਵੀਂ। ਬਹੁਤ ਵਧੀਆ ਕਰਤਾ। ਵੀ ਤੁਹਾਡੇ ਪਿੰਡ ਦੇ ਹੋਰ ਬਹੁਤ ਸਾਰੇ ਕਵੀ ਰਹੇ ਆ, ਉਹ ਤੁਹਾਡੇ ਸਾਥੀ ਕੌਣ ਕੌਣ ਸਨ? ਜਾਂ ਸਾਡੀ ਸਾਥੀ ਤਾਂ ਨਹੀਂ, ਸਾਡੇ ਬਜ਼ੁਰਗਾਂ ਦੇ ਮੁਤਾਬਕ ਰਹੇ ਆ। ਸਾਥੀ ਤਾਂ ਅਸੀਂ ਟਡਵਾੜਵੀ ਨੂੰ ਜ਼ਿਆਦਾ ਮੰਨਦੇ ਆ ਕਿ ਉਹ ਸਾਡੀ ਹਮ ਉਮਰ ਦਾ ਸੀਗੇ, ਤੇ ਬਾਕੀ ਕਸ਼ਮੀਰਾ ਸਿੰਘ ਮਾਹੀ, ਸ੍ਰੀ ਨਾਜਰ ਸਿੰਘ ਤਰਸੇ ਸਾਡੇ ਗੁਰੂਆਂ ਦੇ ਮੁਤਾਬਕ, ਸਾਡੇ ਪੇਰੈਂਟਸਾਂ ਦੇ ਮੁਤਾਬਕ ਰਹੇ ਆ, ਇਹਨਾਂ ਤੋਂ ਅਸੀਂ ਕਈ ਗੱਲਾਂ ਸਿੱਖੀਆਂ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ। ਤੇ ਹੋਰ ਕੋਈ ਸਾਥੀ ਤੁਹਾਡਾ? ਹੋਰ ਸਾਥੀ ਤੇ ਇੱਕ ਆਪਣੇ ਜਬਰ ਸਾਹਿਬ ਸੀਗੇ, ਤੇ ਉਹ ਵੀ ਲਿਖਦੇ ਰਹੇ ਸੀਗੇ। ਹਾਂਜੀ। ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਹਾਡੇ ਪੁਰਾਣੇ ਸਾਥੀ ਜਿਹੜੇ ਤੁਸੀਂ ਨਾਜਰ ਸਿੰਘ ਤਰਸ ਉਹਨਾਂ ਦਾ ਨਾਮ ਲਿਆ ਆ, ਤੇ ਉਹ ਤਾਂ ਬਈ ਸਿਰਮੌਰ ਸ਼ਾਇਰ ਸਨ। ਏਦਾਂ ਦੀ ਕਵਿਤਾ ਸੁਣਾਓ ਜਿਹੜੀ ਫੋਕ ਹੋਵੇ, ਸਾਡੇ ਵਿਰਸੇ ਦੇ ਨਾਲ ਰਿਲੇਟਡ ਹੋਵੇ। ਏਦਾਂ ਦੀ ਕਵਿਤਾ ਤੁਹਾਡੇ ਕੋਲ ਕੋਈ ਹੈ ਏਦਾਂ ਦੀ ਜਿਹੜੀ ਆਪਣੇ ਵਿਰਸੇ ਨੂੰ ਰਿਪਰੈਜ਼ੈਂਟ ਕਰਦੀ ਹੋਵੇ? ਹਾਂਜੀ। ਲਿਖਿਆ ਜੀ, ਖੇੜਿਆਂ ਬਾਰੇ ਲਿਖਿਆ। ਖੇੜੀ ਲੈ ਗਏ ਜੱਟੀ ਹੀਰ, ਖੇੜੀ ਲੈ ਗਏ ਜੱਟੀ ਹੀਰ, ਰਾਂਝਾ ਬਣਿਆ ਫਕੀਰ, ਰਾਂਝਾ ਪਿੰਡੋ ਪਿੰਡ ਹੀਰ ਤਾਈ ਟੋਲਦਾ ਫਿਰੇ, ਤੇ ਕੱਖ ਗਲੀਆਂ ਦੇ ਰਾਂਝਾ ਰੋਲਦਾ ਫਿਰੇ, ਕੱਖ ਗਲੀਆਂ ਤੇ ਕੱਖ ਗਲੀਆਂ ਦੇ ਰਾਂਝਾ ਰੋਲਦਾ ਫਿਰੇ, ਕੁੰਮੇ ਹੱਥ ਵਿੱਚ ਫੜ ਕੇ ਮਲੰਗਾ ਵਾਲਾ ਕਾਸਾ, ਪੈਰੀ ਜੁੱਤੀ ਵੀ ਨਾ ਉਹਦੇ
ਘੁੰਮੇ ਭੁੱਖਾ ਤੇ ਪਿਆਸਾ। ਪਿਆਸਾ ਬਹੁਤ ਵਧੀਆ। ਸੋਲ ਜਿੰਦ ਨੂੰ ਰਾਹਾਂ 'ਚ ਮਧੋਲਦਾ ਫਿਰੇ ਤੇ ਕੱਕ ਗਲੀਆਂ ਦੇ ਰਾਂਝਾ ਰੋਲਦਾ ਫਿਰੇ। ਵਾਹ ਜੀ ਵਾਹ, ਵਾਹ ਜੀ ਵਾਹ। ਕਦੇ ਤਖਤ ਹਜ਼ਾਰੇ ਦਾ ਸੀ, ਕਦੇ ਤਖਤ ਹਜ਼ਾਰੇ ਦਾ ਸੀ, ਚੌਧਰੀ ਸਦਾਉਂਦਾ ਅੱਜ ਦਰ ਦਰ ਘੁੰਮੇ ਗੀਤ ਗਮੀਆਂ ਦੇ ਗਾਉਂਦਾ। ਕਦੇ ਤਖਤ ਹਜ਼ਾਰੇ ਦਾ ਸੀ, ਚੌਧਰੀ ਸਦਾਉਂਦਾ ਅੱਜ ਦਰ ਦਰ ਘੁੰਮੇ ਗੀਤ ਗਮੀਆਂ ਦੇ ਗਾਉਂਦਾ। ਕਦੀ ਬੱਟ ਲਵੇ ਚੁੱਪ, ਕਦੀ ਬੱਟ ਲਵੇ ਚੁੱਪ, ਕਦੀ ਬੱਟ ਲਵੇ ਚੁੱਪ, ਕਦੀ ਉੱਚੀ ਉੱਚੀ ਬੋਲਦਾ ਫਿਰੇ ਤੇ ਕੱਖ ਗਲੀਆਂ ਦੇ ਰਾਂਝਾ ਰੋਲਦਾ ਫਿਰੇ। ਕਦੀ ਉੱਚੀ ਉੱਚੀ ਰੋਵੇ, ਕਦੀ ਖਿੜ ਖਿੜ ਹੱਸੇ, ਕਦੀ ਉੱਚੀ ਉੱਚੀ ਰੋਵੇ, ਕਦੀ ਖਿੜ ਖਿੜ ਹੱਸੇ। ਫਿਰ ਦਿਲ ਵਾਲਾ ਹਰ ਰਾਂਝਾ ਕਿਨੂੰ ਹੁਣ ਦੱਸੇ। ਬਿਲਕੁਲ ਬਿਲਕੁਲ। ਪਿਆ ਧਰਤੀ ਤੇ ਲਿਟੇ, ਪਿਆ ਧਰਤੀ ਤੇ ਲਿਟੇ, ਸੱਪ ਵਾਂਗੂ ਬਿਸਕੋਲਦਾ ਫਿਰੇ ਤੇ ਕੱਖ ਗਲੀਆਂ ਦੇ ਰਾਂਝਾ ਰੋਲਦਾ ਫਿਰੇ। ਆਖਰੀ ਆ ਜੀ, ਮੈਨੂੰ ਛੱਡ ਕੇ ਤੂੰ ਹੀਰੇ ਕੀਤਾ ਵੱਡਾ ਕਹਿਰ, ਇਹਦੇ ਨਾਲੋਂ ਤੂੰ ਸਾਨੂੰ ਜਾਣ ਲੱਗੀ ਦੇ ਜਾਂਦੀ ਜ਼ਹਿਰ। ਵਾਹ ਜੀ ਵਾਹ, ਵਾਹ ਜੀ ਵਾਹ। ਰਾਂਝਾ ਅੱਖਾਂ ਵਿੱਚੋਂ ਮਣ ਮਣ ਹੰਝੂ ਢੋਲਦਾ ਫਿਰੇ ਤੇ ਕੱਖ ਗਲੀਆਂ ਦੇ ਰਾਂਝਾ ਰੋਲਦਾ ਫਿਰੇ। ਹੀਰੇ ਉਂਗਰਾਂ ਦਾ ਰੋਣਾ ਪਾ ਕੇ ਤੁਰ ਗਈ ਨੀ ਹੀਰੇ, ਰੋਣਾ ਉਂਗਰਾਂ ਦਾ ਪਾ ਕੇ ਪੱਲੇ ਤੁਰ ਗਈ ਨੀ ਹੀਰੇ। ਚੱਟ ਡੋਲੀ ਵਿੱਚ ਵਹਿ ਗਈ ਤੂੰ ਲਾਲ ਬਨ ਕੇ ਕਲੀਰੇ, ਰੋਣਾ ਉਂਗਰਾਂ ਦਾ ਪੱਲੇ ਪਾ ਕੇ ਤੁਰ ਗਈ ਨੀ ਹੀਰੇ। ਚੱਟ ਡੋਲੀ ਵਿੱਚ ਬਹਿ ਗਈ ਨੀ ਲਾਲ ਬਨ ਕੇ ਕਲੀਰੇ। ਫੇਰ ਜੰਗਲਾਂ ਤੇ ਜੂਹਾਂ ਨੂੰ ਰੋਲਦਾ ਫਿਰੇ ਤੇ ਕੱਕ ਗਲੀਆਂ ਦੇ ਰਾਂਝਾ ਰੋਲਦਾ ਫਿਰੇ, ਰਾਂਝਾ ਰੋਲਦਾ ਫਿਰੇ। ਮੈਂ ਕੇਰ ਸਿੰਘ ਅਡੀਕਾ ਪ੍ਰੋਗਰਾਮ ਦੇ ਵਿੱਚ ਆਇਆ। ਮੈਂ ਸਰਜੀਤ ਦਾ ਬਹੁਤ ਧੰਨਵਾਦੀ ਹਾਂ। ਇਹ ਸਨ ਕਵੀ ਕੇਰ ਸਿੰਘ ਜੀ। ਤੇ ਅਗਲੇ ਪ੍ਰੋਗਰਾਮ ਉਡੀਕਾ ਦੇ ਵਿੱਚ ਅਸੀਂ ਕਿਸੇ ਖਾਸ ਸ਼ਖਸੀਅਤ ਨੂੰ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ। ਉਡੀਕਾ ਉਡੀਕਾ